ਡਾਕਟਰ ਸਾਹਿਬ ਗੱਲ ਇਸ ਤਰ੍ਹਾਂ ਵੀ ਇੱਕ ਉਸਤਾਦ ਆਪਣੇ ਸ਼ਾਗਿਰਦਾਂ ਨੂੰ ਪੜ੍ਹਾਉਂਦਾ ਸੀ ਪਿਆ ਤੇ ਇੱਕ ਸ਼ਾਗਿਰਦ ਨੇ ਸਵਾਲ ਕੀਤਾ, ਉਹਨਾਂ ਆਖਿਆ ਸਰ ਇਹ ਦੱਸੋ ਬਈ ਕਿਆਮਤ ਵਾਲੇ ਦਿਨ ਸਾਡੇ ਕੋਲ ਹਿਸਾਬ ਕਿਸ ਤਰ੍ਹਾਂ ਲਿਆ ਜਾਏਗਾ। ਉਸਤਾਦ ਸਾਹਿਬ ਬੜੇ ਦਾਨਾ ਤੇ ਸਮਝਦਾਰ ਸਨ। ਉਹਨਾਂ ਆਖਿਆ ਅੱਛਾ ਇਹਦਾ ਜਵਾਬ ਤੁਹਾਨੂੰ ਮੈਂ ਦਿਆਂਗਾ, ਲੇਕਿਨ ਇਸ ਤਰ੍ਹਾਂ ਕਰੋ ਤੁਸੀਂ ਹੁਣ ਛੁੱਟੀ ਕਰੋ। ਉਸਤਾਦਾਂ ਦੇ 4 ਸ਼ਾਗਿਰਦ ਸਨ। ਉਹਨਾਂ ਨੇ ਜੇਬ ਚੋਂ ਪੈਸੇ ਕੱਢੇ, ਇੱਕ ਸ਼ਾਗਿਰਦ ਨੂੰ 100 ਰੁਪਏ ਦਿੱਤਾ, ਦੂਸਰੇ ਨੂੰ 80 ਰੁਪਏ, ਤੀਸਰੇ ਨੂੰ 50 ਰੁਪਏ ਤੇ ਜਿਹਨੇ ਸਵਾਲ ਕੀਤਾ ਉਸ ਨੂੰ 1 ਰੁਪਇਆ ਦਿੱਤਾ। ਉਹਨੇ ਆਖਿਆ ਵੀ ਜਾਓ ਕੱਲ ਤੁਹਾਨੂੰ ਛੁੱਟੀ ਹੈ, ਸਾਰੇ ਦਿਨ 'ਚ ਤੁਸੀਂ ਫਿਰਨਾ ਟੁਰਨਾ ਤੇ ਇਹ ਪੈਸੇ ਖਰਚ ਕਰਨੇ ਨੇ ਤੇ ਪਰਸੋਂ ਤੁਸੀਂ ਦੁਪਹਿਰ ਤੋਂ ਬਾਅਦ ਨਾ ਫਲਾਣੇ ਤੰਦੂਰ ਤੇ ਆ ਜਾਣਾ। ਉਹਨੇ ਆਖਿਆ ਜੀ ਠੀਕ ਹੈ। ਉਹ ਜਨਾਬ ਸ਼ਾਗਿਰਦ ਘਰ ਚਲੇ ਗਏ। ਅੱਗੋਂ ਸੁਬਾਹ ਛੁੱਟੀ ਸੀ, ਉਹਨਾਂ ਆਪਣੇ ਪੈਸੇ ਇਸਤੇਮਾਲ ਕੀਤੇ, ਖਾਧਾ ਪੀਤਾ ਮੌਜ ਉਡਾਈ ਤੇ ਅਗਲੇ ਦਿਹਾੜੇ ਨਾ ਜ਼ੋਰ ਤੋਂ ਬਾਅਦ ਉਸ ਤੰਦੂਰ ਤੇ ਪਹੁੰਚ ਗਏ। ਉਸਤਾਦ ਉੱਥੇ ਮੌਜੂਦ ਸਨ। ਉਹਨੇ ਆਖਿਆ ਵੀ ਆ ਗਿਆ? ਉਹਨੇ ਆਖਿਆ ਜੀ ਆ ਗਿਆ। ਉਹਨੇ ਆਖਿਆ ਹਾਂ ਬਈ ਫਿਰ ਹੁਣ ਤੁਹਾਨੂੰ ਨਾ ਉਹ ਪੈਸਿਆਂ ਦਾ ਹਿਸਾਬ ਤਾਂ ਦਿਓ। ਹਾਂ। ਉਹਨੇ ਆਖਿਆ ਜੀ ਠੀਕ ਹੈ। ਜਿਹਨੂੰ ਦਿੱਤਾ ਨਾ 100 ਰੁਪਇਆ। ਤੰਦੂਰ ਤੇ ਗਰਮ ਸੀ, ਮਾਈ ਝੱਟ ਪਹਿਲਾਂ ਰੋਟੀਆਂ ਲਾਈਆਂ ਹਨ ਤੇ ਚਾਹ ਚ ਫਿਰ ਜਿਹੜੀ ਜਗ੍ਹਾ ਹੁੰਦੀ ਹੈ ਉਹ ਤੁਹਾਨੂੰ ਪਤਾ ਹੈ ਕਾਫੀ ਗਰਮ ਹੁੰਦੀ ਹੈ। ਉੱਥੇ ਮਾਈ ਵੀ ਬੈਠਦੀ, ਪਤਾ ਬੋਰੀ ਪਾਈ ਹੁੰਦੀ ਹੈ, ਬੋਰੀ ਤੇ ਆਪ ਬੈਠਦੀ, 2-3 ਬੋਰੀਆਂ ਰੱਖ ਕੇ ਤੇ ਜਿਹੜੀਆਂ ਦੂਜੀਆਂ ਮਾਈਆਂ ਬੈਠਦੀਆਂ ਉਹ ਦੂਰ ਬਹਿੰਦੀਆਂ ਨੇ। ਉਹ ਜਗ੍ਹਾ ਕਾਫੀ ਗਰਮ ਹੁੰਦੀ ਹੈ। ਉਹ 100 ਇਹਨਾਂ ਦਾ ਚੜ੍ਹਾ ਉੱਤੇ ਜੁੱਤੀ ਲਾ ਕੇ ਜ਼ਰਾ ਇੱਥੇ ਖਲੋ ਤੰਦੂਰ ਦੇ ਨਾਲ ਜਿਹੜੀ ਜਗ੍ਹਾ ਗਰਮ ਸੀ ਤੇ ਮੈਨੂੰ ਦੱਸ ਵੀ 100 ਰੁਪਇਆ ਕਿੱਥੇ ਲਾਏ। ਉਹ ਵਿਚਾਰਾ ਦੱਸਣ ਲੱਗ ਪਿਆ ਜੀ 10 ਉੱਥੇ ਲਾਏ, 5 ਉੱਥੇ ਲਾਏ, 20 ਉੱਥੇ ਲਾਏ। ਉਹ 100 ਪੂਰਾ ਕਰਦੇ ਕਹਿੰਦੇ ਮਿੰਟ 5 ਲੱਗ ਗਏ। ਇੱਕ ਦਿਨ ਵੀ ਗੁਜ਼ਰ ਗਿਆ ਸੀ, ਯਾਦ ਕਰਕੇ ਦੱਸਣਾ ਸੀ ਬਈ ਕਿੱਥੇ ਲਾਏ ਨੇ। ਲੋ ਜੀ 5 ਮਿੰਟਾਂ 'ਚ ਉਹਦਾ ਤੇ ਧੂੰ ਨਿਕਲ ਗਿਆ। ਪੈਰ ਕਦੀ ਉਹ ਚੁੱਕੇ ਤੇ ਉਹ ਰੱਖੇ, ਉਹ ਚੁੱਕੇ ਤੇ ਪਸੀਨਾ ਛੁੱਟ ਗਿਆ। ਫਟਾਫਟ ਥੱਲੇ ਲੱਥਾ ਹਿਸਾਬ ਦੇ ਕੇ ਤੇ ਸਾਰਾ ਕਰੀ ਉਹ ਪਾਣੀ ਵਿੱਚ ਪੈ ਡੋ। ਉਹਨਾਂ ਕਿਹਾ ਆ ਜਾਵੇ ਜਿਹਨੂੰ ਦਿੱਤੇ ਹੁਣ 80 ਰੁਪਏ ਤੂੰ ਆਹ ਜੁੱਤੀ ਲਾ ਉੱਤੇ ਚੜ ਜਾ। ਉਹ ਉੱਤੇ ਚੜਿਆ। ਹਾਂ ਮੈਂ ਦੱਸ 80 ਰੁਪਏ ਕਿੱਥੇ ਖਰਚ ਕੀਤੇ? ਉਹ ਵਿਚਾਰੀ ਸੋਚੀ ਪੈ ਗਿਆ। ਉਹ ਕੱਲ ਲਾਏ ਕਿੱਥੇ ਲਾਏ? ਉੱਥੇ ਲਾਏ ਉਸਤਾਦ ਜੀ, 10 ਉੱਥੇ ਲਾਏ, 5 ਉੱਥੇ ਲਾਏ। ਉਹ 80 ਰੁਪਏ ਪੂਰੇ ਕਰਦੇ ਕਹਿੰਦੇ ਮਿੰਟ 4 ਲੱਗ ਗਏ। ਉਹਦਾ ਵੀ ਜਨਾਬ ਕੋਈ ਹਾਲ ਨਾ ਰਿਹਾ, ਪੈਰ ਸੜ ਗਏ। ਉਹਨਾਂ ਆਖਿਆ ਆ ਜਾ ਥੱਲੇ। ਉਹ ਵੀ ਹਿਸਾਬ ਦੇ ਕੇ ਆ ਗਿਆ। ਜਿਹਦੇ ਕੋਲ ਦਿੱਤੇ ਹਨ ਨਾ 50 ਰੁਪਏ, ਉਹਨੂੰ ਆਂਦੇ ਨੇ ਵੀ ਤੂੰ ਚੜ ਉੱਤੇ। ਹੁਣ ਉਹ ਵੀ ਜੁੱਤੀਆਂ ਲੈ ਕੇ ਚੜਿਆ। ਉਹਦੇ ਵੀ ਮਿੰਟ 3 ਲੱਗ ਗਏ ਦੱਸਦਿਆਂ ਵੀ ਮੈਂ 50 ਰੁਪਏ ਕਿੱਥੇ ਲਾਏ। ਜਿਹਨੂੰ ਦਿੱਤਾ ਨਾ 1 ਰੁਪਇਆ, ਹੁਣ ਉਹ ਰਹਿ ਗਿਆ। ਉਹਨਾਂ ਨੇ ਤੂੰ ਆ ਜਾਵੇ ਜੁੱਤੀ ਲਾ ਕੇ ਚੜ ਉੱਤੇ। ਉਹ ਛਾਲ ਮਾਰ ਕੇ ਤੰਦੂਰ ਤੇ ਚੜਿਆ। ਸਾਂ ਪੁੱਛਿਆ ਹਾਂ ਬਈ ਰੁਪਇਆ ਕਿੱਥੇ ਲਾਏ? ਉਹਨੇ ਕਿਹਾ ਉਸਤਾਦ ਜੀ ਮੈਂ ਤੇ ਘਰ ਜਾਂਦੇ ਉਸੇ ਦਿਨ ਧਨੀਆ ਲੈ ਲਿਆ ਸੀ। ਉਹਨੇ ਕਿਹਾ ਆ ਜਾ ਥੱਲੇ ਆ ਗਿਆ। ਉਹਨੇ ਆਖਿਆ ਵੀ ਤੁਹਾਡੇ ਸਵਾਲ ਦਾ ਜਵਾਬ ਵੀ ਇਹੀ ਹੈ, ਜਿਤਨਾ ਤੁਹਾਡੇ ਕੋਲ ਮਾਲੋ ਦੌਲਤ ਹੈ ਉਸੇ ਹਿਸਾਬ ਨਾਲ ਹੀ ਤੁਹਾਡੇ ਕੋਲ ਕਿਆਮਤ ਵਾਲੇ ਦਿਹਾੜੇ ਹਿਸਾਬ ਕਿਤਾਬ ਯਾਨੀ ਕਿ ਲਿਆ ਜਾਣਾ। ਤੁਸੀਂ ਹਰ ਬੰਦਾ ਸ਼ਿਕਵਾ ਕਰਦਾ ਹੈ ਕਿ ਯਾਰ ਦੌਲਤ ਦੀ ਪੈਸੇ ਦੀ ਕਮੀ ਹੈ, ਲੇਕਿਨ ਇਹ ਯਾਦ ਰੱਖਿਓ ਕਿ ਜਿੰਨਾ ਖਾਣਾ ਜੇ ਜਿੰਨਾ ਲਾਣਾ ਜੇ ਉਹਦਾ ਹਿਸਾਬ ਉਤਨਾ ਹੀ ਮੁਸ਼ਕਿਲ ਹੈ ਤੇ ਉਤਨਾ ਹੀ ਦੇਣਾ ਪੈਣਾ। ਜਿਹੜੇ ਸ਼ਾਗਿਰਦ ਨੂੰ ਦਿੱਤਾ ਸੀ ਨਾ ਉਹਨਾਂ 1 ਰੁਪਇਆ, ਉਹ ਉਸਤਾਦ ਦੀ ਗੱਲ ਸੁਣ ਕੇ ਤੇ ਉਹਨਾਂ ਦੇ ਪੈਰਾਂ 'ਚ ਡਿੱਗਾ ਦਿੰਦਾ, ਉਸਤਾਦ ਜੀ ਤੁਹਾਡਾ ਬੜਾ ਸ਼ੁਕਰੀਆ ਕਿ ਤੁਸੀਂ ਮੈਨੂੰ 1 ਰੁਪਇਆ ਦਿੱਤਾ ਤੇ ਮੈਨੂੰ ਇਸ ਸਖਤੀ ਤੋਂ, ਇਸ 5 ਮਿੰਟ ਦੇ ਅਜ਼ਾਬ 'ਚੋਂ ਤੁਸੀਂ ਬਚਾ ਲਿਆ। ਤੇ ਹੋ ਸਕਦਾ ਹੈ ਕੱਲ ਕਿਆਮਤ ਵਾਲਾ ਦਿਹਾੜੇ ਅਸੀਂ ਵੀ ਰੱਬ ਦਾ ਸ਼ੁਕਰ ਅਦਾ ਕਰੀਏ ਕਿ ਸਾਡੇ ਕੋਲ ਪੈਸਾ ਦੌਲਤ ਥੋੜੀ ਸੀ ਤੇ ਸਾਨੂੰ ਹਿਸਾਬ ਦੇਣ 'ਚ ਆਸਾਨੀ ਹੋਈ ਹੈ। ਤੇ ਦੁਆ ਹੈ ਕਿ ਅੱਲਾ ਹਰ ਬੰਦੇ ਨੂੰ ਰਿਜ਼ਕੇ ਹਲਾਲ ਨਸੀਬ ਫਰਮਾਏ ਔਰ ਉਹਨੂੰ ਸਬਰ ਅਤਾ ਫਰਮਾਏ। ਥੋੜੇ ਪੈਸੇ ਤੇ ਵੀ ਸਬਰ ਕਰਨਾ ਸਿੱਖੋ।